गोगी जी ने थोड़ी देर पहले जो मेयर साहब ने कहा कि 5 साल इन्होंने कोई विकास नहीं किया, उस तो बाद इन्होंने सारे काउंसलर मान सम्मान की देना से चोर बना के रख दिता। गोगी साहब ने मैं ये कहना चाहती हाँ, अज तुम मौजूदा MLA तो बन गए, थोड़े दिन पहले तो काउंसलर सीगे, अज पहले तुम भी चोर सीगे, चोरों में तुम की कर रहे हो, तुम तो हाउस सज्जन लेके आओ। मेरी गल सुनो, जे एक वार्ड चो प्रॉपर्टी टैक्स कट्टे हो रहे हैं, सारे टैक्स कट्टे हो रहे हैं, तुसी काउंसलर साहब आन बोलने का मौका तो दो। बोलो काउंसलर साहब बोल रहे हैं जो
ਉਹਨਾਂ ਨੂੰ ਕਿਉਂ ਨਹੀਂ ਬੋਲਣ ਦੇ ਰਹੇ? ਉਹ ਆਪਣੀ ਰਿਕਵਰੀ ਆਪਣੇ ਵਿਊ ਦੇ ਰਹੇ ਉਹਨਾਂ ਦੇਣ ਤੋਂ ਬਜਾਏ ਮੇਅਰ ਸਾਹਿਬ ਨੂੰ ਵਿਚੋੜ, ਕਾਉਂਸਲਰ ਵਿਚੋੜ। ਤੁਸੀਂ ਕੀ ਰਿਕਾਰਡ ਚੈੱਕ ਕੀਤੇ ਹੈ? ਤਾਂ ਹੀ ਅੱਗੇ ਚੱਲੇਗੀ ਹਾਊਸ ਦੀ ਮੀਟਿੰਗ ਦਾ ਅੱਛਾ ਜੇ ਚੋਰ ਕਹਿਣਗੇ ਤਾਂ ਅਸੀਂ ਸੁਣ ਲਾਂਗੇ? ਸਾਡੀਆਂ ਇਨਕੁਆਰੀਆਂ ਕਰਾਉਣ, ਕਿੱਥੇ ਅਸੀਂ ਚੋਰ ਆ? ਇਨਕੁਆਰੀ ਕਰਾਉਣ ਜੇ ਕਿੱਥੇ ਅਸੀਂ ਚੋਰ ਆ? ਸਾਰਿਆਂ ਨੂੰ ਚੋਰ ਕਿਵੇਂ ਕਹਿ ਸਕਦੇ ਆ? ਨਹੀਂ, ਸਾਨੂੰ ਅਸੀਂ ਚੋਰ ਨਹੀਂ ਕਵਾਉਣਾ, ਅਸੀਂ ਏਜੰਡਾ ਪਾਸ, ਅਸੀਂ ਇਹਨਾਂ ਦੇ ਨਾਲ ਨਹੀਂ ਖੜਨਾ। ਕੀ ਆ ਜੱਗ ਜ਼ਹਿਰ ਕਰਨ ਆਏ ਆ। ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਐਡੇ ਵੱਡੇ ਭਾਰੀ ਮੁਹੱਬਤ ਦੇ ਨਾਲ, ਅਸੀਂ ਉਹਨਾਂ ਨੂੰ ਦੱਸਣਾ ਹੀ ਆ ਵੀ ਇਹ ਅੰਦਰ ਕੀ ਕੁਝ ਚੱਲ ਰਿਹਾ ਸੀ, ਉਹਨੂੰ ਕਿੱਦਾਂ ਅਸੀਂ ਉਸ ਸਿਸਟਮ ਨੂੰ ਮਿਸਮੈਨੇਜਮੈਂਟ ਨੂੰ ਕਿੱਦਾਂ ਸਹੀ ਕਰਨਾ। ਸਾਰਿਆਂ ਨੂੰ ਕਿਹਾ ਤੇ ਸਾਰਿਆਂ ਨੂੰ ਬਿਲਕੁਲ ਨਹੀਂ ਕਿਹਾ ਮੈਂ ਹਾਊਸ ਮਾਲ, ਬਿਲਕੁਲ ਨਹੀਂ। ਉਹਨਾਂ ਨੇ ਤਾਂ ਆਪਣੀਆਂ ਕਮੀਆਂ ਛਪਾਉਣ ਲਈ ਰੌਲਾ ਪਾਉਣਾ ਸੀ, ਪਵਾਤਾ, ਭੜਕਾਤਾ। ਮੇਰੇ ਸਾਹਿਬ ਨੇ ਭੜਕਾਇਆ, ਸਾਰਿਆਂ ਨੂੰ ਭੜਕਾ ਦੇਣ, ਕੋਈ ਗੱਲ ਨਹੀਂ। ਇਹ 'ਚ ਕੀ ਗੱਲ ਹੈਗੀ? ਨਹੀਂ ਸਮਝ ਆਈ ਕਿ ਤੁਸੀਂ ਸਿਰਫ ਬੋਲਦੇ ਨਜ਼ਰ ਆਏ, ਤੁਹਾਨੂੰ ਹੀ ਗੁੱਸਾ ਹਰ ਇੱਕ ਚੀਜ਼ ਦਾ, ਕਿਉਂਕਿ ਉਹ ਤਾਂ ਕਹਿ ਰਹੇ ਕਿ 9 ਕਰੋੜ ਦਾ ਜਿਹੜਾ ਸੀਗਾ ਇੱਕ ਜਿਹੜਾ ਮੈਂ ਤਾਂ ਕਿਹਾ ਵੀ 40 ਕਰੋੜ ਤੁਸੀਂ ਸਾਰੇ ਸ਼ਹਿਰ 'ਚੋਂ ਲੈ ਰਹੇ ਹੋ, 9 ਕਰੋੜ ਕੱਲੇ ਇੱਕ ਮੇਰੇ 250 ਦੁਕਾਨਾਂ ਦੇ ਬਾਜ਼ਾਰ 'ਚੋਂ ਤੁਹਾਨੂੰ ਚਾਹੀਦਾ। ਪੂਰੇ ਲੁਧਿਆਣੇ ਸ਼ਹਿਰ 'ਚੋਂ 40 ਕਰੋੜ ਦਾ ਟੀਚਾ, 9 ਕਰੋੜ ਤੁਸੀਂ ਕੱਲੇ ਮੇਰੀ ਵਾਰਡ ਦੇ ਸਿਰਫ 250 ਦੁਕਾਨ ਦਾ ਜਿਹੜੇ 50 ਸਾਲ ਪੁਰਾਣੇ ਬੈਠੇ ਨੇ ਉਹਨਾਂ ਤੋਂ ਤੁਸੀਂ ਕਹਿ ਰਹੇ ਹੋ। ਮੈਂ ਤਾਂ ਕਹਿ ਲਿਆਓ ਪਾਲਿਸੀ ਲਿਆਓ, ਜੇ ਬਣਦਾ ਕਢਾ ਦਿੰਦੇ ਆ। ਹੈ ਜਦੋਂ ਕਿਸੇ ਤੇ ਤੁਸੀਂ ਗਲਤ ਦੋਸ਼ ਲਾਓਗੇ ਕਿ ਵੀ 40 ਕਰੋੜ 'ਚੋਂ 9 ਲੱਖ ਸਿਰਫ ਇੱਕ ਮੇਰੀ ਵਾਰਡ ਦੇ 250, ਕਿੱਡਾ ਵੱਡਾ ਸ਼ਹਿਰ ਆ, ਕਿੰਨੀ ਆਬਾਦੀ ਹੈ ਇੱਥੇ, 6 ਹਲਕੇ ਨੇ, 95 ਵਾਰਡਾਂ ਨੇ। ਜਸਟੀਫਾਈ ਹੈ ਗੱਲ? ਆਪਣੀਆਂ ਕਮੀਆਂ ਨੂੰ ਲੁਕਾਉਣ ਦੇ ਲਈ ਇਹਨਾਂ ਲੋਕਾਂ ਨੇ ਇਹ ਰੌਲਾ ਪਾਇਆ। ਤੇ ਕੋਈ ਗੱਲ ਨਹੀਂ, ਜਨਤਾ ਜਾਣਦੀ ਆ ਕਿ ਕਿਹੜਾ ਸੱਚਾ ਕਿਹੜਾ ਝੂਠਾ। ਅਸੀਂ ਗੜ ਸ਼ਹਿਰ ਦੇ ਵਿੱਚ ਗੰਦਗੀ ਹੈਗੀ ਹੈ, ਕੰਮ ਬਥੇਰੇ ਹੋਣ ਵਾਲੇ ਆ, ਲੱਗਦਾ ਨਗਰ ਨਿਗਮ ਸਰ ਸ਼ਹਿਰ ਨੇ ਕੁਝ ਵੀ ਨਹੀਂ ਕੀਤਾ ਕੀ ਇਹਨਾਂ ਨੇ? ਤੇ ਸਰ ਬਜਟ ਕਿਸ ਚੀਜ਼ ਦਾ ਪਾਸ ਕਰ ਰਹੇ ਆ? ਕਿਹੜਾ ਬਜਟ ਇਹਨਾਂ ਨੇ ਆਪ ਧੱਕੇ ਨਾਲ ਕਰੀ ਜਾਣ। ਹੁਣ ਇਹਨਾਂ ਦਾ ਬਹੁਮਤ ਆ ਕੌਂਸਲਰਾਂ ਦਾ। ਤੁਸੀਂ ਅਲਾਉਟ ਕਰਨੇ ਨਾ ਸਰ। ਕੋਈ ਗੱਲ ਨਹੀਂ, ਫਿਰ ਅਸੀਂ ਦੇਖਾਂਗੇ ਨਾ ਕਿਹਨੂੰ ਪੈਸੇ ਦੇਣੇ, ਕਿੱਥੇ ਲਾਉਣੇ ਆ, ਕਰੀ ਜਾਂਦੇ ਇਹਨਾਂ ਨੂੰ। ਇਹੀ ਚੀਜ਼ਾਂ ਨੇ ਤਾਂ ਇਹਨਾਂ ਨੂੰ ਲੋਕਾਂ ਨੇ ਇਹਨਾਂ ਨੂੰ ਘਰੇ ਬਿਠਾਤਾ ਸਾਰਿਆਂ ਨੂੰ। ਅਰੇ ਕਾਉਂਸਲਰ ਵੀ ਬਹਿ ਜਾਣਗੇ। ਸਰ ਨਗਰ ਨਿਗਮ ਕਰਜ਼ਾਈ ਹੋਇਆ ਪਿਆ, ਉੱਤੋਂ ਦੀ ਬਜਟ। ਉਹ ਸਰ ਮੈਂ ਤੁਹਾਨੂੰ ਦੱਸਿਆ ਜਾ ਰਿਹਾ, ਸੱਚ ਬੋਲਦੇ ਤਾਂ ਹੀ ਤਾਂ ਭੰਗੜੇ ਪਾਉਂਦੇ ਨੇ, ਚੀਕਾਂ ਵੱਜਦੀਆਂ, ਮਿਰਚਾਂ ਲੱਗਦੀਆਂ ਇਹਨਾਂ ਨੂੰ। ਸੁਣਨ ਦੀ ਆਦਤ ਨਹੀਂ ਨਾ ਇਹਨਾਂ ਨੂੰ, ਆਦਤ ਹੈ ਬਟਰਿੰਗ ਕਰਨ ਦੀ। ਉਹ ਅਸੀਂ ਨਹੀਂ ਕਰਦੇ, ਸੱਚੇ ਸੁੱਚੇ ਆ, ਖੜੇ ਆ। 101% ਹੋਏ ਨੇ, ਠੋਕ ਕੇ ਹੋਏ ਨੇ। ਮੈਂ ਪ੍ਰੈਸ ਕਾਨਫਰੰਸਾਂ ਕੀਤੀਆਂ ਤਾਂ ਹੈ, ਹੋਈਆਂ ਨੇ। ਨਹੀਂ ਕਾਉਂਸਲਰ ਨਹੀਂ ਹੈ ਇਨਵੋਲਵ, ਉਹ ਤਾਂ ਇਨੋਸੈਂਟ ਨੇ ਵਿਚਾਰੇ। ਇਹ ਤਾਂ ਜੋ ਹੋ ਰਿਹਾ ਉੱਪਰਲੇ ਲੈਵਲ ਤੇ ਹੋ ਰਿਹਾ। ਉਹਨਾਂ ਤਾਂ ਇੱਕ ਨੰਬਰਦਾਰ ਬਣਾ ਕੇ ਗਲੀਆਂ ਤੇ ਨੰਬਰਦਾਰ ਬਣਾਇਆ ਵੀ ਸਫਾਈ ਕਰਾ ਲਓ, ਲੋਕਾਂ ਦੀਆਂ ਝੜਕਾਂ ਖਾ ਲਓ। ਉਹਨਾਂ ਦੇ ਕਹੇ ਤੇ ਕੰਮ ਥੋੜੀ ਹੁੰਦੇ ਸੀਗੇ। ਜਿਹੜੇ ਪੁਰਾਣੇ ਹੁਕਮਰਾਨ ਸੀਗੇ ਮੇਨ ਤਾਂ ਕੰਮ ਉਹ ਕਰਦੇ ਸੀਗੇ। ਕਾਉਂਸਲਰ ਤਾਂ ਵਿਚਾਰੇ ਐਵੇਂ ਮੂਰੇ ਸੀਗੇ ਵਿਚਾਰੇ, ਕੀ ਕਰਨ ਵਿਚਾਰੇ ਉਹ। ਦੇਖੋ ਕਿਸੇ ਨੇ ਨਹੀਂ ਇਲਜ਼ਾਮ ਲਾਇਆ, ਤੁਸੀਂ ਵੀ ਪ੍ਰੈਸ ਵੀ ਉੱਥੇ ਸੀ, ਮੇਰੇ ਮੂੰਹ ਤੋਂ ਦੱਸ ਦਿਓ ਇੱਕ ਲਫ਼ਜ਼ ਵੀ ਜੇ ਤੁਸੀਂ ਸੁਣਿਆ ਤਾਂ ਦੱਸੋ। ਮੈਂ ਹੁਣੇ ਸਾਰਿਆਂ ਤੋਂ ਇੱਥੇ ਨੀਵਾਂ ਬਹਿ ਕੇ, ਪ੍ਰੈਸ ਵੀ ਉੱਥੇ ਹੀ ਸੀ ਯਾਰ। ਮੈਂ ਨੀਵਾਂ ਬਹਿ ਕੇ ਮਾਫੀ ਮੰਗਦਾ, ਸੜਕ ਤੇ ਖੜ ਕੇ, ਚੌਂਚ ਖੜ ਕੇ ਮਾਫੀ ਮੰਗਦਾ ਜੇ ਮੈਂ ਕਿਹਾ ਹੀ ਨਹੀਂ ਹੈ ਯਾਰ। ਆਪਣੀ ਸਕਿਨ ਬਚਾਉਣ ਲਈ ਲਾ ਆਪਣੇ ਆਪ ਨੂੰ ਤੁਸੀਂ ਫਿਰ ਇਟ ਮੀਨਸ ਕੋਈ ਆਪਣੇ ਅੰਦਰ ਗੱਲ ਹੋਣੀ ਜਿਹੜੀ ਆਪਣੇ ਆਪ ਨੂੰ ਐਂ ਹੀ ਕਹੀ ਜਾਂਦੇ ਨੇ। ਮੈਂ ਤਾਂ ਨਹੀਂ ਕਹਿ ਰਿਹਾ ਨਾ ਕਿਸੇ ਨੂੰ ਕੁਝ ਹੈ। ਨਹੀਂ ਮੈਂ ਇਦਾਂ ਦੀ ਕੋਈ ਲਫ਼ਜ਼ ਨਹੀਂ ਹੈ। ਜਦੋਂ ਮੈਂ ਗੱਲ ਕਹੀ ਨਹੀਂ ਹੈ ਤਾਂ ਮੈਂ ਕਿਉਂ ਗੱਲ ਕਰਾਂ ਯਾਰ। ਜੇ ਦੇਖੋ ਮਿਰਚ ਤਾਂ ਉਹਨੂੰ ਹੀ ਲੱਗ ਦਿੰਦੀ ਜਿਹਦੇ ਅੰਦਰ ਕੋਈ ਮਾੜੀ ਮੋਟੀ ਕੋਈ ਭਾਵਨਾ ਹੋਵੇ। ਇੱਦਾਂ ਦੀ ਸਾਡੀ ਤਾਂ ਹੈ ਨਹੀਂ, ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ। ਨਾ ਅਸੀਂ ਕਿਹਾ, ਨਾ ਅਸੀਂ ਮਾਫੀ ਮੰਗੀ। ਹਾਂ ਹਾਊਸ ਤੋਂ ਮਾਫੀ ਮੰਗੀ ਆ ਕਿ ਭਾਈ ਜੇ ਤੁਸੀਂ ਗਲਤ ਸੁਣਿਆ ਤੁਹਾਡੇ ਤੋਂ ਮਾਫੀ ਮੰਗਦਾ। ਪਰ ਮੇਅਰ ਸਾਹਿਬ ਇਸ ਚੀਜ਼ ਲਈ ਪੂਰੇ ਮਤਲਬ ਜ਼ਿੰਮੇਵਾਰ ਨੇ। ਸ਼ਹਿਰ ਨੂੰ ਚਮਕਾਉਣਾ ਮੇਅਰ ਦੀ ਡਿਊਟੀ ਤੇ ਕਮਿਸ਼ਨਰ ਸਾਹਿਬ ਦੀ ਡਿਊਟੀ ਹੁੰਦੀ ਆ। ਕਮਿਸ਼ਨਰ ਵੀ ਇਕੱਲਾ ਕੀ ਕਰੂਗਾ ਜੋ ਪੋਲੀਟੀਕਲ ਪ੍ਰੈਸ਼ਰ ਇੰਨਾ ਹੋਊਗਾ। ਅਫਸਰ ਕੀ ਕਰਨਗੇ ਜਦੋਂ ਪੋਲੀਟੀਕਲ ਪ੍ਰੈਸ਼ਰ ਹੋਊਗਾ? ਇਹ ਚੀਜ਼ ਦਾ ਖਤਮ ਕਰਨਾ ਤਾਂ ਅਫਸਰ ਕੰਮ ਕਰਨਗੇ। ਇਹ ਤਾਂ ਨਹੀਂ ਕਿ ਮੇਅਰ ਸਾਹਿਬ ਕਾਂਗਰਸ ਦੇ ਨੇ, ਇਸ ਕਰਕੇ ਉਹ ਕਿਤੇ ਨਾ ਕਿਤੇ। ਓ ਯਾਰ ਤੁਸੀਂ ਦੇਖ ਰਹੇ ਹੋ ਆਪ ਹੀ ਕਹੀ ਤੇ ਹੁਣ ਮੈਂ ਕੀ ਬੋਲਾਂ? ਤੁਸੀਂ ਪ੍ਰੈਸ ਵਾਲੇ ਤਾਂ ਬੋਲੀ ਜਾਂਦੇ ਮੇਰੇ ਮੂੰਹ 'ਚ। ਹੁਣ ਬਾਰ-ਬਾਰ ਕਢਾ ਕੇ ਡਬਲ ਨਾ ਕਰੋ। ਇਹ ਤੁਸੀਂ ਦੋਸਤ ਬੋਲ ਰਹੇ ਹੋ, ਤੁਹਾਡੀ ਨੂੰ ਮੈਂ ਸੈਕਿੰਡ ਕਰ ਰਿਹਾ ਵੀ ਜੋ ਤੁਸੀਂ ਸ਼ਹਿਰ ਦਾ ਸੀਨ ਆ ਦਿਖਾ ਦਿਓ ਲੋਕਾਂ ਨੂੰ, ਬਸ ਗੱਲ ਮੁੱਕ ਜਾਂਦੀ ਆ। ਬੋਲਣ ਦੀ ਲੋੜ ਹੀ ਨਹੀਂ ਹੈਗੀ। ਜੇ ਪਬਲਿਕ ਹੈ ਸਭ ਜਾਣਦੀ ਹੈ, ਦਿਖਾਓ ਲੋਕਾਂ ਨੂੰ ਸਾਰਾ ਕੁਝ ਕਿੱਦਾਂ ਸ਼ਹਿਰ ਪੱਟਿਆ, ਕਿਆ ਇਹਨਾਂ ਨੇ ਤਾਲੀਬਾਨ ਬਣਾਇਆ ਪਿਆ ਸ਼ਹਿਰ ਦਾ। ਬਿਮਾਰ ਹੁੰਦਾ ਤਾਂ ਉਹਨਾਂ ਨੂੰ ਜਿਹੜੇ ਟੈਕਸ ਨੇ ਜਾਂ ਸਰਕਾਰ ਨੂੰ ਜਿਹੜਾ ਮਾਲੀਆ ਆਉਂਦਾ ਬਹੁਤ ਘੱਟ ਆਉਂਦਾ। ਉਸ ਸੰਬੰਧ ਦੇ ਵਿੱਚ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ। ਬਜਟ ਵੀ ਪਾਸ ਹੋਇਆ। ਉਹਨਾਂ ਦੀ ਦੁਬਾਰਾ ਤੋਂ ਜਿਹੜੀ ਹੈ ਮੈਜਰਮੈਂਟ ਹੋ ਕੇ 1-1 ਇੰਚ ਦੇ ਪੈਸੇ ਲਾ ਕੇ ਉਹਨਾਂ ਤੋਂ ਜਿਹੜੀ ਹੈ ਵਸੂਲੀ ਕੀਤੀ ਜਾਊ, ਤਾਂ ਜੋ ਜਿਹੜਾ ਸਾਡਾ ਮਾਲੀਆ, ਜਿਹੜਾ ਸਾਡਾ ਰੈਵਨਿਊ ਹੈ, ਉਹ ਕਿਸੇ ਪ੍ਰਕਾਰ ਦੀ ਘਟੇ ਨਾ। ਜਿਹੜੀ ਹੈ ਹਸਪੀਟਲਾਂ ਨੂੰ ਲੁੱਟ ਹੈ,
ਉਹਨਾਂ ਨੂੰ ਵੀ ਤਾੜਨਾ ਕਰਾਂਗੇ। ਗੱਲ ਤੁਸੀਂ ਕੀਤੀ ਹੈ ਸਕੂਲਾਂ ਦੀ ਵੀ ਮੇਜਰਮੈਂਟ ਦੁਬਾਰੇ ਕਰਾਵਾਂਗੇ। ਜਿਹੜੇ ਉਹ ਮਾਪਿਆਂ ਤੋਂ ਐਨੂਅਲ ਚਾਰਜ ਜਾਂ ਬਿਲਡਿੰਗ ਫੰਡ ਦੇ ਨਾਂ ਤੇ ਜਿਹੜੀ ਲੁੱਟ ਕਰਦੇ ਉਹ ਦਾਖਲੇ ਸ਼ੁਰੂ ਹੋ ਚੁੱਕੇ ਆ। ਹਾਂਜੀ, ਉਸ ਸੰਬੰਧ ਵਿੱਚ ਵੀ ਅੱਜ ਸਾਡੀ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੈ ਤੇ ਇਹਨਾਂ ਨੂੰ ਵੀ ਜਿਹੜੀ ਹੈ ਨੱਥ ਪਾਵਾਂਗੇ। ਤੇ ਮੈਂ ਆਪਣੇ ਲੁਧਿਆਣੇ ਸ਼ਹਿਰੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇਸ ਸਾਲ ਕਿਵੇਂ ਨਾ ਕਿਵੇਂ ਜੇ ਕੱਢਣਾ ਪਿਆ ਤਾਂ ਆਪਾਂ ਕੱਢਾਂਗੇ। ਅਗਲੇ ਸਾਲ ਜਿਹੜੇ ਸਰਕਾਰੀ ਸਕੂਲ ਨੇ ਇਸ ਵਧੀਆ ਪੱਧਰ ਦੇ ਬਣਾ ਗਏ ਕਿ ਇਹ ਪ੍ਰਾਈਵੇਟ ਸਕੂਲਾਂ ਵਾਲੇ ਬਾਹਰ ਨੂੰ ਦੇਖਿਆ ਕਰਨਗੇ ਵੀ ਕੋਈ ਬੱਚਾ ਆਉਂਦਾ ਨਹੀਂ, ਕਿਉਂਕਿ ਉਦੋਂ ਵਧੀਆ ਸਟੈਂਡਰਡ ਦੇ ਜਿਹੜੇ ਆ ਸਕੂਲ ਬਣਾਵਾਂਗੇ ਜਿੱਥੇ ਕਿ ਫ੍ਰੀ ਵਿੱਦਿਆ ਜਿਹੜੀ ਹੈ ਸਾਡੇ ਬੱਚਿਆਂ ਨੂੰ ਦਿੱਤੀ ਜਾਵੇ। ਕੀ ਲੱਗਦਾ ਹੈ ਐਤਕੀ ਸਾਲ ਜਿਹੜਾ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਵਾ ਕਿਤੇ ਨਾ ਕਿਤੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਤੇ ਜਿਹੜੇ ਕਾਉਂਸਲਰ ਸੀ ਆਮਣੇ ਸਾਹਮਣੇ ਨਜ਼ਰ ਆਏ। ਉਹ ਜਦੋਂ ਕੋਈ ਬਹਿਸ ਹੁੰਦੀ ਹੈ, ਜਦੋਂ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਮਾੜੀ ਮੋਟੀ ਤਰਖੀ ਤਾਂ ਬਣਦੀ ਹੈ ਨਾ। ਜੇ ਕਿਸੇ ਦੀ ਪੂਛ ਤੇ ਪੈਰ ਧਰਿਆ ਜਾਊਗਾ ਤਾਂ ਜ਼ਰੂਰ ਟੱਪੂਗਾ। ਉਹ ਮਿਸਕਮਿਊਨੀਕੇਸ਼ਨ ਹੋ ਗਈ ਸੀ ਵੀ ਗੋਗੀ ਜੀ ਨੇ ਕੋਈ ਅਲਫਾਜ਼ ਕੌਂਸਲਰ ਸਾਹਿਬਾਨ ਦੇ ਸਬੰਧ ਵਿੱਚ ਗਲਤ ਬੋਲੇ। ਪਰ ਮਿੱਟੀ ਦੱਸ ਦਿਓ, ਕੋਈ ਗੱਲ ਨਹੀਂ, ਬਾਅਦ ਚ ਦੱਸ ਦਿਓ ਫਿਰ। ਹਾਂਜੀ ਸਰ, ਹਾਂਜੀ ਕੀ ਕਹਿਣਾ ਸਰ? ਮੀਟਿੰਗ ਹੋਈ ਹੈ, ਹਾਊਸ ਦੀ ਮੀਟਿੰਗ ਹੋਈ ਹੈ ਅੱਜ ਹਾਊਸ ਦੀ ਪਲੇਠੀ ਮੀਟਿੰਗ ਦੌਰਾਨ ਬੜਾ ਵਧੀਆ ਸੁਖਾਵਾਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਮੇਅਰ ਸਾਹਿਬਾਨ ਨੇ, ਕਾਰਪੋਰੇਸ਼ਨ ਦੇ ਅਫਸਰ ਸਾਹਿਬਾਨ ਨੇ ਤੇ ਕੌਂਸਲਰ ਸਾਹਿਬਾਨ ਨੇ ਸਾਡਾ ਵਧੀਆ ਸਵਾਗਤ ਕਰਿਆ ਤੇ ਕੁਝ ਤਿੱਖੀ ਨੋਕ ਝੋਕ ਵੀ ਹੋਈ ਹੈ, ਕਿਉਂਕਿ ਨੋਕ ਝੋਕ ਵੀ ਲਾਜ਼ਮੀ ਹੈ ਕਿਉਂਕਿ ਲੋਕਾਂ ਦੇ ਹਿੱਤਾਂ ਦੇ ਮੁੱਦੇ ਨੇ, ਉਹਦੇ ਤੇ ਵਿਚਾਰ ਵਿਮਰਸ਼ ਵੀ ਹੋਣਾ ਜ਼ਰੂਰੀ ਹੈ। ਜਿਵੇਂ ਕਿ ਕਿਸੇ ਵੀ ਮਹਿਕਮੇ ਦੇ ਵਿੱਚ ਜਿਹੜਾ 40 ਕਰੋੜ ਦਾ ਟੀਚਾ ਰੱਖਿਆ ਗਿਆ ਸੀ ਤੇ ਉਹਦੀ ਅਗਰਾਈ 23 ਦੀ ਹੋਈ ਸੀ, 23 ਕਰੋੜ ਦੀ ਹੋਈ ਸੀ ਤਾਂ ਨਵਾਂ ਟੀਚਾ ਜਿਹੜਾ 47 ਕਰੋੜ ਦਾ ਸੀ ਤਾਂ ਫਿਰ ਸਾਡਾ ਇੱਕ ਪਹਿਰੇਦਾਰ ਲੋਕਾਂ ਦੇ ਹੋਣ ਦਾ ਸਾਡਾ ਫਰਜ਼ ਬਣਦਾ ਸੀ ਪੁੱਛਣ ਦਾ ਵੀ 40 ਦੀ ਅਗਰ 23 ਹੋਈ ਹੈ ਤਾਂ ਤੁਸੀਂ ਵਧਾ ਕੇ ਹੋਰ 47 ਕੀਤੀ ਹੈ ਤਾਂ ਇਹਦੇ ਵਿੱਚ ਜਿਹੜੀ ਬੇਨਿਯਮੀਆਂ ਜਾਂ ਅਗਰਾਈ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ। ਉਸ ਸੰਬੰਧੀ ਅਫਸਰਾਂ ਨੂੰ ਪੁੱਛ ਪੜਤਾਲ ਵੀ ਹੋਈ ਤੇ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤੇ ਨੇ, ਕੁਝ ਹੱਦ ਤੱਕ ਸਹਿਮਤ ਵੀ ਆ ਤੇ ਉਹ ਮੈਨੂੰ ਲੱਗਦਾ ਸਹੀ ਕੰਮ ਹੋਣਾ। ਹਸਪਤਾਲ ਨੂੰ ਲੈ ਕੇ ਜਿਹੜੀ ਵੱਡੀ ਗੱਲ ਕਹੀ ਪ੍ਰਾਈਵੇਟ ਉਠਾਏ ਜਾਣਗੇ ਅੱਗੇ ਆਉਣ ਵਾਲੇ ਦਿਨ। ਦੇਖੋ ਹਸਪੀਟਲ ਜਿੰਨੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਬੜੇ ਮਹਿੰਗੇ ਸ਼ਹੀਦ ਆਜ਼ਮ ਭਗਤ ਸਿੰਘ ਨਕਸ਼ਾ ਸਕੀਮ ਜਿਹੜੀ ਹੈ ਸ਼ੁਰੂ ਕਰਾਉਣ ਵਾਲੇ ਆ, ਜਿਹਦੇ ਤੇ ਮੌਕੇ ਤੇ ਹੀ ਜਾ ਕੇ ਜਿਹੜਾ ਨਕਸ਼ਾ ਪਾਸ ਕੀਤਾ ਗਿਆ ਜਿੰਨੇ ਪੈਸੇ ਵਸੂਲ ਕਰਕੇ ਤਾਂ ਜੋ ਲੋਕਾਂ ਨੂੰ ਕਰਪਸ਼ਨ ਤੋਂ ਖੱਜਲ ਖੁਆਰੀ ਤੋਂ ਜਿਹੜਾ ਸਰ ਲੁਧਿਆਣਾ ਸ਼ਹਿਰ 'ਚ 5 ਟ੍ਰੀਟਮੈਂਟ ਪਲਾਂਟ ਹੈਗੇ ਨੇ, 5 ਦੇ 5 ਬੰਦ ਪਏ ਨੇ ਔਰ ਡਾਈਂਗ ਇੰਡਸਟਰੀ ਦੇ ਵਾਸਤੇ ਉਹ ਬਣਾਏ ਗਏ ਸੀ, ਕਿਤੇ ਨਾ ਕਿਤੇ ਸਾਫ਼ ਪਾਣੀ ਦੇਣ ਵਾਸਤੇ ਬਣਾਏ ਗਏ ਸੀ, ਪਰ ਡਾਈਂਗਾਂ ਉੱਦਾਂ ਹੀ ਚੱਲ ਰਹੀਆਂ ਮੈਂ ਤੇ ਉਹ ਗੰਦਾ ਪਾਣੀ ਜਾ ਕਿੱਥੇ ਰਿਹਾ ਸਰ? ਦੇਖੋ ਜਿਹੜੇ ਟ੍ਰੀਟਮੈਂਟ ਪਲਾਂਟ ਦੀ ਗੱਲ ਕਰੀਏ ਉਹ ਵਾਕਈ ਵਰਕਿੰਗ ਆਰਡਰ ਦੇ ਵਿੱਚ ਨਹੀਂ ਹੈ। ਬੱਗਾ ਜੀ ਵੀ ਜਾ ਕੇ ਨੇ, ਗੋਗੀ ਜੀ ਵੀ ਜਾ ਕੇ ਨੇ, ਉਹ ਸਾਰੇ ਬੰਦ ਪਏ ਨੇ। ਉਹਨਾਂ ਨੂੰ ਅਰਲੀ ਐਜ਼ ਪੋਸੀਬਲ ਜਿਹੜਾ ਵਰਕਿੰਗ ਆਰਡਰ ਵਿੱਚ ਕਰਿਆ ਜਾਊਗਾ। ਉਹਦੇ ਵਿੱਚ ਜਿਹੜੀ ਬੇਨਿਯਮੀ ਹੈ ਪਹਿਲਾਂ ਜਿਹਦੇ ਖਿਲਾਫ ਵੀ ਬੇਨਿਯਮੀ ਪਾਈ ਗਈ ਉਹਦੇ ਸਖਤ ਐਕਸ਼ਨ ਲਵਾਂਗੇ। ਵੀ ਹੁਣ ਸਵਾਲ ਜਵਾਬ ਕਰਨ ਵਾਲੇ ਜਿਹੜੇ ਆ ਉਹ ਆ ਗਏ, ਸਾਡੇ ਵਿੱਚ ਲੋਕਾਂ ਦੇ ਨੁਮਾਇੰਦੇ ਆ ਚੁੱਕੇ ਆ। ਸਰ ਬਜਟ ਪਾਸ ਕਰ ਦਿੱਤਾ ਗਿਆ ਵਾ ਪਰ ਉਸ ਦੇ ਪੈਸੇ ਤਾਂ ਐਮਐਲਐਸ ਤੋਂ ਲੈਣੇ ਆ, ਲੱਗਦਾ ਵਾ ਕਿ ਇਸ ਦਾ ਪਹਿਲਾਂ ਹਿਸਾਬ ਲਿੱਤਾ ਜਾਊਗਾ ਫਿਰ? ਬਿਲਕੁਲ। ਮੈਂ ਦੇਖੋ ਅੱਜ ਇੱਥੇ ਐਸਟੀਪੀ ਸਾਹਿਬ ਨੇ ਵੀ ਕਿਹਾ ਵੀ ਆ 9 ਕਰੋੜ ਦਾ ਗੋਗੀ ਜੀ ਨੇ ਕਹਿਤਾ ਸੀ ਜੀ, ਉਹ ਇਹ ਮੇਰੇ ਨਾਂ ਰਹਿ ਜਾਣ ਤਾਂ ਉਹਨਾਂ ਨੇ ਮੌਕੇ ਤੇ ਕਿਹਾ ਵੀ ਮੇਰੇ ਉੱਥੇ ਆ ਕੇ ਆਪਣਾ ਹਿਸਾਬ ਕਿਤਾਬ ਦਿਖਾ ਦਿਓ, ਜਿਹੜੇ ਪੈਸੇ ਆ ਤੁਹਾਡੇ ਜੇ ਬਣਦੇ ਆ ਤਾਂ ਜੇ 9 ਕਰੋੜ ਬਣਦਾ ਤਾਂ ਮੈਂ 10 ਕਰੋੜ ਕਰਾਉਂਗਾ। ਪਰ ਜਿਹੜੀ ਹੈ ਪੈਸੇ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਹੀ ਘਰ ਨਹੀਂ ਚੱਲਦਾ, ਤਾਂ ਫਿਰ ਸਰਕਾਰ ਚਲਾਉਣੀ ਹੈ ਕਿੱਦਾਂ ਚੱਲੂ? ਰੈਵਨਿਊ ਸਾਨੂੰ ਚਾਹੀਦਾ ਪਰ ਪਬਲਿਕ ਨੂੰ ਦਿੱਕਤ ਨਹੀਂ ਆਉਣੀ। ਤੇ ਮੈਂ ਅੱਜ ਮੇਅਰ ਸਾਹਿਬ ਨੂੰ ਇੱਕ ਲਿਖਤੀ ਵੀ ਦਿੱਤਾ ਵੀ ਜਿਹੜੀ ਹੈ ਨਕਸ਼ੇ ਪਾਸ ਦੀ ਮੈਂ ਆਪਣਾ ਤੁਹਾਡਾ ਕੋਈ ਫਰਕ ਨਹੀਂ। ਇੱਕ ਮਿੰਟ ਜੀ, ਉਹ ਸਾਰਾ ਬਾਈਟ ਚੈੱਕ ਕਰ ਲੈਂਦੇ, ਸਾਰਾ ਬਾਈਟ ਚੈੱਕ ਕਰ ਲੈਂਦੇ, ਸਾਰਾ ਬਾਈਟ ਚੈੱਕ ਕਰ ਲੈਂਦੇ ਕਿੰਨੇ ਦਾ ਕਿਵੇਂ ਜਾਵਾਂਗੇ, ਲੋਕਾਂ ਨੂੰ ਕੀ ਜਵਾਬ ਦੇਵਾਂਗੇ? ਉਹਦੇ ਕਰਕੇ ਕਿਤੇ ਨਾ ਕਿਤੇ ਦੁੱਖ ਤਾਂ ਲੱਗਦਾ ਹੀ ਹੈ ਯਾਰ ਵੀ ਜੇ ਹੁਣ ਸਵਾਲ ਜਵਾਬ ਕਰਨ ਵਾਲੇ ਆ ਗਏ, ਸਵਾਲ ਜਵਾਬ ਜ਼ਰੂਰ ਕਰਾਂਗੇ ਕਿਉਂਕਿ ਲੋਕਾਂ ਨੇ ਜੇ ਹਾਊਸ ਆ ਤਾਂ 92 ਦਾ ਬਹਿਣੀ ਸੀ ਕਿਉਂਕਿ ਹਾਜ਼ਰੀ ਲਾਜ਼ਮੀ ਸੀ। ਅਸੀਂ ਵੀ ਅੱਜ ਕੌਂਸਲਰ ਅੱਜ ਸਾਰੇ ਐਮਐਲਏ ਸਾਹਿਬਾਨ ਬੈਠੇ ਸੀ ਕਿਉਂਕਿ ਹਾਜ਼ਰੀ ਲਾਜ਼ਮੀ ਸੀ ਨਾ, 92 ਤਾਂ ਪੂਰੇ ਹੋਏ। ਦੇਖੋ ਉਹਨਾਂ ਦੀ ਇੱਥੇ ਵਿੱਚ ਮੈਜੋਰਟੀ ਹੈ, ਉਹਨਾਂ ਨੇ ਜਿਹੜਾ ਬਜਟ ਤਾਂ ਪਾਸ ਹੋ ਹੀ ਜਾਣਾ ਸੀ। ਜਿਵੇਂ ਅਸੀਂ ਅੱਜ ਵਿਧਾਨ ਸਭਾ 'ਚ ਜਿਹੜੇ ਨੇ ਉਹ ਪਾਸ ਨਹੀਂ ਕਰੇ, ਪਿਛਲੇ ਇਜਲਾਸ ਦੇ ਦੌਰਾਨ ਉਹਨਾਂ ਨੇ ਪਾਸ ਕਰਨੀ ਸੀ। ਵਸੂਲੀ ਹੁੰਦੀ ਆ ਉਹ ਨਹੀਂ ਹੋਊਗੀ ਹੁਣ। ਬਿਲਕੁਲ ਜਿਹੜੀ ਜਾਇਜ਼ ਵਸੂਲੀ ਹੋ। ਮੈਂ ਗੱਲ ਕਰੀ ਸੀ ਵੀ ਜਿਹੜੇ ਇੰਪਰੂਵਮੈਂਟ ਟਰਸਟ ਦੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਲਿਖ ਕੇ ਦਿੱਤਾ ਹੁੰਦਾ ਉਹਨਾਂ ਦੀ ਰਜਿਸਟਰੀ ਦੇ ਵਿੱਚ ਬਈ ਉਹਨਾਂ ਤੋਂ ਜਿਹੜਾ ਆਹ ਜਿਹੜੀ ਪਾਰਕਿੰਗ ਆ ਬਾਹਰ ਉਹਨਾਂ ਨੂੰ ਫਰੀ ਆ, ਉਹਦੇ ਬਾਵਜੂਦ ਵੀ ਜਿਹੜੇ ਨੇ ਉਹਦੇ ਠੇਕੇ ਦਿੱਤੇ ਜਾਂਦੇ ਨੇ, ਗੁੰਡੇ ਬਾਉਂਸਰ ਰੱਖੇ ਹੁੰਦੇ ਨੇ, ਉਹ ਬਹੁਤ ਵੱਡੇ ਜਿਹੜੇ ਪੈਸੇ ਵਸੂਲ ਕਰਦੇ ਨੇ 50 ਰੁਪਏ 100 ਰੁਪਏ ਉਹ ਉਹਨਾਂ ਦੇ ਪੈਸੇ ਅਗਰਾਉਂਦਾ, ਉਹਦੇ ਸਖਤ ਖਿਲਾਫ ਕਾਰਵਾਈ ਕਰਕੇ ਈਵਨ ਪੁਲਿਸ ਕੇਸ ਵੀ ਰਜਿਸਟਰ ਕੀਤੇ ਜਾਂਦੇ। ਪ੍ਰਬੰਧ ਜੀ ਨਜਾਇਜ਼ ਕਬਜ਼ੇ ਨੂੰ ਲੈ ਕੇ ਕੁਝ ਐਕਸ਼ਨ ਨਜ਼ਰ ਆਊਗਾ ਜ਼ਮੀਨੀ ਸਤਰ ਤੇ ਕਿਉਂਕਿ 100% ਨਜਾਇਜ਼ ਕਬਜ਼ੇ ਬਹੁਤ ਹੋਏ ਨੇ। 100% ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਹੋਊਗੀ। ਅਗਰ ਜਿਹੜਾ ਵੀ ਦੋਸ਼ੀ ਪਾਏਗਾ, ਚਾਹੇ ਕੋਈ ਅਫਸਰ ਹੈ ਚਾਹੇ ਕੋਈ ਗੁੰਡਾ, ਜਿਸ ਤਰ੍ਹਾਂ ਦਾ ਵੀ ਚਾਹੇ ਕੋਈ ਵੀ ਲੀਡਰ ਵੀ ਹੈ, ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਸਰ ਲੱਗਦਾ ਵਾ ਕਿ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਜਿਹੜੇ ਬਜਟ ਪਾਸ ਹੋਏ ਨੇ ਨਗਰ ਨਿਗਮ ਵੱਲੋਂ ਉਹ ਸਿਰਫ ਉਹ ਤੇ ਕਪਲੇ ਹੋਏ ਨੇ, ਕੰਮ ਨਹੀਂ ਹੋਏ। ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਡੇ ਮਾਧਿਅਮ ਰਾਹੀਂ ਦੱਸ ਚੁੱਕਿਆ ਵੀ ਜੋ ਇਹਨਾਂ ਨੇ ਪਿਛਲੇ ਟੀਚੇ ਸੀ ਉਹ ਟਾਰਗੇਟ ਸੀ ਉਹ ਪੂਰੇ ਨਹੀਂ ਕਰੇ। ਉਹਦੇ ਬਾਵਜੂਦ ਵੀ 5-5 10-10 ਕਰੋੜ ਰੁਪਇਆ ਅਗਲੇ ਸਾਲ ਦੀ ਤਜਵੀਜ਼ ਵਾਸਤੇ ਲੈ ਕੇ ਰੱਖਿਆ। ਪੈਸਾ ਪੂਰਾ ਕਿੱਥੋਂ ਕਰਨਾ? ਇੱਕ ਆਮ ਆਦਮੀ ਪਾਰਟੀ ਦੇ ਸਿਪਾਹੀ ਹੋਣ ਨਾਤੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਜਿਹੜੇ ਚੀਜ਼ਾਂ ਕਾਰਪੋਰੇਸ਼ਨ ਦੇ ਅੰਡਰ ਆ ਗਈਆਂ ਜੀ ਉੱਥੇ ਦੇ ਸਕਦੇ ਸਰ ਜਿਹੜੀ ਉਹਨਾਂ ਦੀ ਰੇਟੀ ਦੇ ਵਿੱਚ ਲਿਖਿਆ ਹੋਇਆ ਵੀ ਤੁਹਾਨੂੰ ਪਾਰਕਿੰਗ ਫ੍ਰੀ ਹੈ। ਪ੍ਰੋਵੀਜ਼ਨ ਹੈ ਨਾ, ਪ੍ਰੋਵੀਜ਼ਨ ਹੈ ਕਾਨੂੰਨ ਮੁਤਾਬਕ। ਚੰਡੀਗੜ੍ਹ ਇਹ ਹਾਊਸ ਨੇ ਤਾਂ ਪਾਸ ਕਰਕੇ ਬਣਾ ਨਹੀਂ ਦਿੱਤਾ ਸਰ, ਚੰਡੀਗੜ੍ਹ ਪ੍ਰਵਾਨ ਦੀ ਗਵਰਨਮੈਂਟ ਤੋਂ ਲਈ ਗਈ ਜੀ ਉਹਨਾਂ ਦਾ ਰੇਟ ਨਿਰਧਾਰਿਤ ਕਰਦੇ ਸਾਰਾ, ਬਿਲਕੁਲ ਸਖਤੀ, ਬਹੁਤ ਜ਼ਿਆਦਾ ਰੇਟ ਲੈਂਦੇ। ਮੈਨੇ ਸਾਹਿਬ ਨੇ ਕਿਹਾ ਬਿਲਕੁਲ ਸਖਤੀ ਕਰਾਵਾਂਗੇ। ਜਿੱਥੇ ਕੋਈ ਓਵਰ ਚਾਰਜਿੰਗ ਜੋ ਹੈ ਪ੍ਰੈਸ਼ਰ ਜੀ ਨੇ ਦੱਸਿਆ ਬਿਲਕੁਲ ਕ੍ਰਾਸ ਚੈਕਿੰਗ ਕਰਾਂਗੇ। ਜਿੱਥੇ ਵੀ ਉਹਦਾ ਟੈਂਡਰ ਇਮੀਡੀਏਟਲੀ ਕੈਂਸਲ ਕੀਤਾ। ਬਹੁਤ ਧੰਨਵਾਦ ਜੀ। ਇਸ ਮੱਧ ਦੀ ਸਾਲ 21-22 ਦੇ ਵਿੱਚ 4-10 ਲੱਖ ਦਾ ਟੀਚਾ ਪੂਰਾ ਹੋਣ ਦੀ ਉਮੀਦ ਹੈ। ਹੁਣ ਸਾਲ 22-23 ਲਈ 4700 ਲੱਖ ਰੁਪਏ ਦਾ ਬਜਟ ਰੱਖਣ ਦੀ ਅਸੀਂ ਤੁਹਾਨੂੰ ਡਿਸਕਸ਼ਨ ਕਰਨੀ ਆ। ਸ਼ਹਿਰ ਦਾ ਸਵਾਲ ਆ, ਤੁਸੀਂ ਤਾਂ ਰੇਲ ਬਣਾਤੀ ਬਾਕੀ ਤੀਜਾ ਕਰੋ ਸਰ, ਤੀਜੇ ਦਿਨ ਦਾ ਅਜੇ ਬਹਿਸ ਹੀ ਨਹੀਂ ਹੋਈ। ਨਾ ਭਈਆ ਤੀਜੇ ਤੋਂ ਸ਼ੁਰੂ ਕਰੋ ਦੁਬਾਰਾ, ਬੋਲੋ ਜੀ ਤੀਜਾ ਪੁਆਇੰਟ ਤੁਹਾਡਾ ਕਿਆ ਹੈ? 21-22 ਦੇ ਵਿੱਚ 400 ਲੱਖ ਦਾ ਟੀਚਾ ਪੂਰਾ ਹੋਣ ਦੀ ਉਮੀਦ ਹੈ। ਸਰ ਗੋਗੀ ਸਾਹਿਬ ਇਹਨਾਂ ਨੇ ਕੁਝ ਦਿਨ ਪਹਿਲਾਂ ਮੀਟਿੰਗ 'ਚ ਕਿਹਾ ਸੀਗਾ ਕਿ ਨਹੀਂ ਤੁਸੀਂ ਇਹ ਰੇਟ ਵੱਧ ਲਾਏ ਹੋਏ ਨੇ, ਇਹਨਾਂ ਦੇ ਉੱਤੇ ਹਾਲ ਦੀ ਕੜੀ ਰੋਕ ਲਗਾਈ ਜਾਵੇ। ਇੱਕ ਮਿੰਟ ਮੇਰੀ ਬੇਨਤੀ ਸੁਣੋ। ਨਹੀਂ ਇੱਕ ਮਿੰਟ ਵੀ ਜਦੋਂ ਪਿਛਲੇ ਹੀ ਪੂਰਾ ਨਹੀਂ ਹੋਇਆ ਤਾਂ ਜਨਤਾ ਤੇ 47 ਕਰੋੜ ਦਾ ਹੋਰ ਬੋਝ ਪਾਇਆ ਜਾ ਰਿਹਾ ਜੀ। ਮੈਂ ਚਲੋ ਨੇ ਜੀ ਕਿਉਂਕਿ ਇਲੈਕਸ਼ਨ ਦਾ ਵੀ ਟੈਨਿਓਰ ਆ ਚੁੱਕਾ ਸੀ, 3 ਮਹੀਨੇ ਰੈਗੂਲਰ 3 ਮਹੀਨੇ ਸਮਥਿੰਗ ਦੇ ਜਿਹੜੇ 20 ਦਿਨ ਉੱਪਰ ਗਏ ਨੇ ਜੀ, ਇਹ ਉਹਦੇ ਵਿੱਚ ਹੀ ਲੱਗੇ ਹੋਏ ਨੇ ਜੀ। ਨਹੀਂ ਖੜ ਜਾਓ ਇੱਕ ਮਿੰਟ ਇਹ ਵੀ ਸਰ ਇਹ ਪੂਰੇ ਇੱਕ ਮਿੰਟ ਯਾਰ ਜੀ ਸਰ ਜੀ ਬੋਲੋ। 40 ਇਹ ਪੱਛਮੀ ਹਲਕਾ ਸੀ ਤਾਂ ਕਰਕੇ ਸੁਣੋ ਮੇਰੀ ਗੱਲ, 40 ਕਰੋੜ ਤੁਸੀਂ ਸਾਰੇ ਸ਼ਹਿਰ ਚੋਂ ਇਕੱਠਾ ਕਰਨਾ ਸੀ। ਸਰ 40 ਕਰੋੜ ਰੁਪਏ ਸਾਰੇ ਸ਼ਹਿਰ ਚੋਂ ਇਕੱਠਾ ਕਰਨਾ ਸੀ, ਜੀ ਸਰ। 95 ਵਾਰਡਾਂ ਚੋਂ। ਜੀ ਸਰ। ਕੱਲਾ 9 ਕਰੋੜ ਗੁਰਪ੍ਰੀਤ ਦੀ ਕੱਲੀ ਘੁਮਾਰ ਮੰਡੀ ਦਾ ਤੁਸੀਂ ਬਣਾਤਾ। ਸਰ ਮੈਂ ਜਿਹੜਾ 23 ਕਰੋੜ ਆ ਮਿਸਟਰ ਪਿੰਦਰਾ, ਜਿਹੜਾ 23 ਕਰੋੜ ਰੁਪਈਆ ਤੁਸੀਂ ਸਾਰੇ ਸ਼ਹਿਰ ਚੋਂ ਇਕੱਠਾ ਕੀਤਾ। ਤੁਸੀਂ ਇਹ ਕਹਿ ਰਹੇ ਹੋ ਮਾਨਯੋਗ ਐਮਐਲਏ ਸਾਹਿਬ ਨੇ ਕਿਹਾ ਕਿ ਵੀ ਮੇਰੇ ਏਰੀਆ ਦਾ 9 ਕਰੋੜ ਤੁਸੀਂ ਕਿਹਾ, ਰਾਈਟ? ਮੈਨੂੰ ਇਹ ਦੱਸਿਆ ਜਾਵੇ ਕਿ ਪਹਿਲੀ ਗੱਲ ਤੁਹਾਡਾ ਰੇਟ ਕੀ ਆ, ਕਿ ਮੈਂ ਤੁਹਾਨੂੰ ਦੱਸਦਾ। ਨੋਟੀਫਿਕੇਸ਼ਨ 1996-97 ਜਿਹੜੀ ਸੀਗੀ ਪੰਜਾਬ ਗਵਰਨਮੈਂਟ ਦੀ, ਉਹ 'ਚ 23 ਰੁਪਈਆ 26 ਰੁਪਏ 32 ਪੈਸੇ ਪਰ ਸਕੁਅਰ ਫਿਟ ਸਰਕਾਰ ਨੇ ਰੇਟ ਫਿਕਸ ਕੀਤਾ ਸੀਗਾ ਕਿ ਵੀ ਤੁਸੀਂ ਇਸ ਰੇਟ ਦੇ ਵਿੱਚ ਆਪਣਾ CLU ਚੇਂਜ ਕਰਾ ਲਓ। ਜਿਹੜੇ ਪੁਰਾਣੇ, ਮੇਰੇ ਤਾਂ 50 ਸਾਲ ਪੁਰਾਣਾ ਬਾਜ਼ਾਰ ਆ ਨੰਬਰ 1, ਅਸੀਂ 26 ਰੁਪਏ 32 ਪੈਸੇ ਦੇਣ ਨੂੰ ਤਿਆਰ ਬੈਠੇ ਆ। ਤੁਸੀਂ ਲਾ ਰਹੇ ਹੋ ਉੱਥੇ 4500 ਰੁਪਏ ਰੇਟ, 5500 ਰੁਪਏ ਰੇਟ। ਦੁਕਾਨਾਂ ਤੁਸੀਂ ਸੀਲ ਕੀਤੀਆਂ ਕਿਉਂ? ਉਹਨਾਂ ਤੋਂ ਤੁਸੀਂ ਪੈਸੇ ਲਏ, ਉਸ ਹਿਸਾਬ ਨਾਲ ਉਹ ਮੈਂ ਰੁਕਵਾਇਆ। ਧੱਕੇ ਵਾਲਾ ਪੈਸਾ ਨਜਾਇਜ਼, ਜੇ ਤੁਸੀਂ ਸੋਚੋ ਸਾਰੇ ਸ਼ਹਿਰ ਦਾ ਪੈਸਾ ਤੁਸੀਂ ਇਕੱਲੇ ਥੋੜੇ ਜਿਹੇ ਆਪਣੀ ਵੱਡੇ ਹੁਕਮਰਾਨ ਜਿਹੜੇ ਪੁਰਾਣੇ ਸੀ ਉਹਨਾਂ ਦੇ ਕਹੇ ਦੇ ਉੱਤੇ ਆ ਕੇ ਤੁਸੀਂ ਮੇਰੇ ਤੇ ਗਾਲ ਸੁੱਟੋ, ਤੇ ਉਹ ਤਾਂ ਦੋਸਤ ਮੈਂ ਹੋਣ ਨਹੀਂ ਦੇਣੀ। ਨੰਬਰ 1, ਇੱਕ ਮਿੰਟ ਮਿਸਟਰ ਬਿੰਦਰਾ, ਸੈਕਿੰਡ, ਤੁਸੀਂ 9 ਕਰੋੜ ਰੁਪਈਆ ਮੇਰੇ ਵੱਲ ਕੱਢਿਆ ਆਪਣੇ ਮੂੰਹੋਂ। ਸਾਰੀ ਹਾਊਸ ਮਾਨਯੋਗ ਸੁਣ ਰਿਹਾ, ਪ੍ਰੈਸ ਸੁਣ ਰਹੀ, ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ। ਮੈਨੂੰ 9 ਕਰੋੜ ਰੁਪਈਏ ਦੀ ਅੱਜ ਸ਼ਾਮ ਨੂੰ ਤੁਹਾਡੇ ਕੋਲ ਸਾਰੀ ਮੈਨੂੰ ਡਿਟੇਲ ਚਾਹੀਦੀ ਹੈ ਵੀ ਮੇਰੇ ਕਿਸ ਏਰੀਆ 'ਚ 9 ਕਰੋੜ 25 ਲੱਖ ਆ। ਜੇ ਜੈਨੂਨ ਹੋਇਆ ਤਾਂ ਕੱਲ 11 ਵਜੇ ਤੱਕ 9 ਕਰੋੜ ਛੱਡ ਕੇ ਤੁਹਾਨੂੰ 10 ਕਰੋੜ ਜਮ੍ਹਾਂ ਕਰਾ ਕੇ ਦਊਂਗਾ ਮੈਂ, ਤੁਹਾਡਾ ਮੇਰਾ ਵਾਅਦਾ। ਜੇ ਐਸ ਪਰ ਨੋਰਮ, ਐਸ ਪਰ ਪਾਲਿਸੀ ਹੋਇਆ, ਅਦਰਵਾਈਜ਼ ਇਸ ਤਰੀਕੇ ਦਾ ਬਿਲਕੁਲ ਨਹੀਂ ਕਹਿਣਾ ਵੀ ਸਾਰੇ ਸ਼ਹਿਰ 'ਚੋਂ ਤੁਸੀਂ 40 ਕਰੋੜ ਰੁਪਈਆ ਲੈਣਾ ਤੇ 9 ਕਰੋੜ ਰੁਪਈਆ ਇਕੱਲਾ ਮੇਰੇ ਤੋਂ ਲੈਣਾ। ਕੀ ਗੱਲ ਬਾਕੀ ਐਡੇ ਮਾਲ, ਐਡੇ ਹੋਟਲਸ, ਐਡੇ ਸਾਰਾ ਕੁਝ, ਇਹ ਜਿਹੜੀਆਂ ਦੁਕਾਨਾਂ ਮੇਰੇ ਏਰੀਆ ਦੀਆਂ ਬਣੀਆਂ ਨੇ ਛੋਟੀਆਂ 15 ਗਾਇ ਦੀਆਂ 50 ਸਾਲ ਪੁਰਾਣੀਆਂ, ਕਿਆ 9 ਕਰੋੜ ਤੁਸੀਂ ਉਹ ਘੁਮਾਰ ਮੰਡੀ ਦੀਆਂ 250 ਦੁਕਾਨਾਂ ਤੋਂ ਲੈਣਾ ਸੀਗਾ? ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਇਹਦੀ ਸਹੀ ਕਲੈਰੀਫਿਕੇਸ਼ਨ ਦਿਓ। ਹਾਊਸ ਨੂੰ ਬਿਲਕੁਲ ਵਰਗਲਾਓ ਨਾ। ਅਸੀਂ ਵਰਗਲਾ ਸਰ ਪੂਰੀ ਬੇਨਤੀ ਸੁਣੋ। ਸਾਨੂੰ ਸਿਆਣੇ ਬਣਾਤਾ, ਇੱਥੇ ਬਿਠਾ ਕੇ 20 ਸਾਲ। ਸਰ ਪੂਰੀ ਬੇਨਤੀ ਸੁਣ ਲਓ ਜੀ। ਇੰਡਸਟਰੀ ਦਾ ਸਰ ਜਿਹੜਾ ਲੈਂਡ ਯੂਜ਼ ਪਹਿਲਾ ਰੇਟ ਸੀਗਾ ਉਹ ਨੌਨ ਸਕੀਮ ਤੋਂ ਵੀ ਆਪਾਂ 2000 ਰੁਪਏ ਲੈਂਦੇ ਸੀ। ਸਰਕਾਰ ਨੇ ਇੰਡਸਟਰੀ ਦਾ ਲੈਂਡ ਯੂਜ਼ ਮਾਫ ਕਰ ਦਿੱਤਾ ਹੋਇਆ ਜੀ। ਜਦੋਂ ਇਹ 40 ਕਰੋੜ ਦਾ ਬਜਟ ਤਿਆਰ ਹੋਇਆ ਸੀਗਾ ਉਦੋਂ ਇੰਡਸਟਰੀ ਤੋਂ ਆਪਾਂ ਲੈਂਡ ਯੂਜ਼ ਲੈ ਰਹੇ ਸੀਗੇ। ਹੁਣ ਇੰਡਸਟਰੀ ਤੋਂ ਆਪਾਂ ਲੈਂਡ ਯੂਜ਼ ਨਹੀਂ ਲੈਂਦੇ ਜੀ, ਕਿਉਂਕਿ ਇੰਡਸਟਰੀ ਨੂੰ ਸਰਕਾਰ ਨੇ ਕਿਹਾ ਵਧਾਵਾ ਦੇਣਾ, ਇੰਡਸਟਰੀ ਡੁੱਬ ਗਈ ਸਰ, ਉੱਥੇ ਅਲੱਗ ਹੋ ਗਿਆ ਜੀ। ਨੌਨ ਸਕੀਮ ਤੋਂ ਸਰ ਆਪਾਂ ਜਿਹੜਾ ਰੇਟ ਪਹਿਲਾਂ ਲੈਂਦੇ ਸੀਗੇ, CLU ਨਹੀਂ ਲਿਆ ਜਾ ਰਿਹਾ। ਸਾਰਿਆਂ ਨੂੰ ਪਤਾ ਜੀ, ਸਾਰੇ ਹਾਊਸ ਨੂੰ ਪਤਾ। ਠੀਕ ਆ ਜੀ।
ਦੂਸਰੀ ਗੱਲ ਬੇਨਤੀ ਹੈਗੀ ਹੈ ਹੋਟਲ 32 ਪੈਸੇ ਸਰ ਉਹ ਹੈਗਾ ਵਾ ਕੰਪੋਜੀਸ਼ਨ ਦਾ ਰੇਟ। ਜਿਹੜਾ ਸਰ ਲੈਂਡ ਯੂਜ਼ ਦਾ ਰੇਟ ਹੈ ਉਹ ਪਹਿਲਾਂ ਹਰ ਸਾਲ ਵਧਦਾ ਰਿਹਾ ਵਾ। ਆਪਣਾ ਟੈਕਸ ਜਦੋਂ ਜਨਾਬ ਇੱਥੇ ਕਾਉਂਸਲਰ ਸੀਗੇ ਉਦੋਂ 2700 ਰੁਪਏ ਸੀਗਾ ਜੀ। ਤੁਹਾਨੂੰ ਯਾਦ ਹੋਣਾ ਜੀ ਜੋ ਵੀ ਮਾਰਕੀਟ 'ਚ ਪਹਿਲਾਂ ਤੁਸੀਂ ਅਸੈਸਮੈਂਟ ਆਪ ਕਰਵਾਈਆਂ ਹੋਈਆਂ ਨੇ 2700 ਰੁਪਏ ਗਜ ਨਾਲ ਕਰਾਈਆਂ ਨੇ। ਜਿਹੜੀ ਮਾਰਕੀਟ ਗੱਲ ਕਰ ਰਹੀ ਹੈ ਉਹ ਕਰ ਰਹੀ ਹੈ ਜੀ ਕਿ ਸਾਡੇ ਕੋਲੋਂ 26 ਰੁਪਏ ਦੇ ਹਿਸਾਬ ਨਾਲ ਕੰਪੋਜੀਸ਼ਨ ਚਾਰजेस ਲਏ ਜਾ ਰਹੇ। ਸੋ ਸਰ ਉਹ ਜਿਹੜਾ 40 ਕਰੋੜ ਦਾ ਟਾਰਗੇਟ ਹੈ ਉਹ ਡਿਊ ਟੂ ਇਲੈਕਸ਼ਨ ਕੋਡ ਦਾ 3 ਮਹੀਨੇ ਰੈਗੂਲਰ ਕੀਤੇ ਹੈ ਜੀ। ਇੱਕ ਮਿੰਟ ਬਿੰਦਰਾ ਜੀ ਹੁਣ ਤੇ ਜੀ ਸਰ ਕਿਉਂਕਿ ਐਜ਼ ਪਰ ਬਾਈ ਲਾਅ ਤੁਸੀਂ ਜਿਹੜੇ ਆ ਟੈਕਸ ਲੈਣੇ ਨਾ ਉੱਥੇ ਗੁੱਗਲੀ ਦਾ ਸਵਾਲ ਹੈ ਤੇ ਨਾ ਜਿਹੜੇ ਇਹਦੀ ਵਨ ਟਾਈਮ ਸੈਟਲਮੈਂਟ ਲਿਆਓ ਜੀ ਕਮਿਸ਼ਨਰ ਸਾਹਿਬ, ਮੇਅਰ ਸਾਹਿਬ। ਜੇ ਸਾਰਿਆਂ ਤੋਂ ਸਿਰ ਤੋਂ ਨੰਗੀ ਤਲਵਾਰ ਲਾਣੀ ਹੈ, ਨਹੀਂ ਤਾਂ ਇਹਨਾਂ ਲੋਕਾਂ ਨੂੰ ਤੁੰਨ ਕੇ ਰੱਖਿਆ ਹੋਇਆ। ਅਗਲੀ ਸੀਗੇ ਤੁਸੀਂ ਮੇਅਰ ਸੀਗੇ, ਤੁਹਾਡੀ ਗਵਰਨਮੈਂਟ ਨੇ ਅਸੀਂ ਤਾਂ ਕਰਾਂਗੇ ਹੀ। ਉਹੀ ਤਾਂ ਤੁਹਾਡੇ ਵਿਗੜੇ ਕੰਮ ਅਸੀਂ ਸਵਾਰਨੇ ਆ ਹੁਣ। ਉਹੀ ਮਿਸਮੈਨੇਜਮੈਂਟ ਅਸੀਂ ਸਹੀ ਕਰਨੀ ਆ ਹੁਣ, ਜਿਹੜੀਆਂ ਤੁਹਾਡੇ ਤੋਂ ਨਹੀਂ ਹੋਈਆਂ। ਉਹੀ ਜਿਹੜਾ ਸਾਰਾ ਸ਼ਹਿਰ ਪਿਸਦਾ ਪਿਆ ਕਰਪਸ਼ਨ ਦੇ ਵਿੱਚ, ਮਹਿੰਗਾਈ ਦੇ ਵਿੱਚ, ਉਹ ਅਸੀਂ ਪੂਰੀਆਂ ਕਰਨੀਆਂ। ਮੇਅਰ ਸਾਹਿਬ ਤੁਹਾਡੀ ਇਹ ਜ਼ਿੰਮੇਵਾਰੀ, ਤੁਹਾਡੀਆਂ ਨਲੈਕੀਆਂ ਅਸੀਂ ਭੁਗਤਾਂਗੇ। ਤੁਹਾਡੀ ਸਰਕਾਰ ਦੀਆਂ ਨਲੈਕੀਆਂ ਅਸੀਂ ਭੁਗਤਾਂਗੇ ਹੁਣ। ਅਸੀਂ ਕਰਾਂਗੇ ਪੂਰੀਆਂ। ਤੁਸੀਂ 5 ਸਾਲ ਕੁਛ ਨਹੀਂ ਕੀਤਾ ਸਵਾਏ ਐਲਾਨ ਕਰਨ ਤੋਂ ਇਲਾਵਾ। ਵਨ ਟਾਈਮ ਸੈਟਲਮੈਂਟ ਆਉਣੀ ਚਾਹੀਦੀ ਸੀ। ਤੁਸੀਂ ਮਾਨਯੋਗ ਮੇਅਰ ਸੀ, ਤੁਹਾਡਾ ਮੰਤਰੀ ਸੀ ਜਿਹਨੂੰ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਬੜੇ ਕੰਮ ਕਰਾਏ ਨੇ। ਵਨ ਟਾਈਮ ਸੈਟਲਮੈਂਟ